ਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਿਛ ਰੂਪ ਨਹੀਂ ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ। ਕਿਆ ਮੂੰਹ ਲੈ ਬੋਲੇ ਗੁਣ ਬਿਹੂਣ, ਨਾਮ ਜਪਿਆ ਨਾ ਤੇਰਾ। ਹਮ ਪਾਪੀ ਸੰਗ ਗੁਰ ਉਬਰੇ, ਪੁਨ ਸਤ ਗੁਰ ਕੇਰਾ। ਹਮ ਪਾਪੀ ਸੰਗ ਗੁਰ ਉਬਰੇ, ਪੁਨ ਸਤ ਗੁਰ ਕੇਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ, ਜੋ ਲਗਾਤਾਰ ਜਪਜੀ ਸਾਹਿਬ ਜੀ ਦੀ ਵਿਚਾਰ ਆਪ ਜੀ ਨਾਲ ਸਾਂਝ ਹੁੰਦੀ ਹੈ। ਮਹਾਰਾਜ ਕਿਰਪਾ ਕਰਨ। 9 ਪੌੜੀਆਂ ਤੱਕ ਵਿਚਾਰ ਅਸੀਂ ਸਾਂਝ ਕੀਤੀ ਸੀ। ਅੱਜ 10ਵੀਂ ਪੌੜੀ ਦੀ ਆਰੰਭਤਾ ਹੋਣੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਕੀ ਬਖਸ਼ਿਸ਼ ਕਰ ਰਹੇ ਹਨ। ਉਸ ਤੋਂ ਪਹਿਲਾਂ ਅੱਜ ਭਾਗਾਂ ਵਾਲਾ ਦਿਹਾੜਾ ਹੈ, ਜੋ ਧੰਨ ਧੰਨ ਬਾਬਾ ਬੁੱਢਾ ਜੀ ਦਾ ਆਗਮਨ ਪੁਰਬ ਹੈ। ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ। ਜਿੱਥੇ ਗੁਰਬਾਣੀ ਵਿਚਾਰ ਹੋਣੀ ਹੈ ਜਪਜੀ ਸਾਹਿਬ ਦੀ, ਨਾਲ ਨਾਲ ਬਾਬਾ ਬੁੱਢਾ ਜੀ ਦੇ ਵੀ ਜੀਵਨ ਬਾਰੇ ਅਸੀਂ ਪੰਛੀ ਝਾਤ ਮਾਰਾਂਗੇ। ਸੋ ਸਾਰੇ ਮਨ ਬਿਰਤੀ ਨੂੰ ਇਕਾਗਰ ਕਰੋ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਣਿਐ ਸਤ ਸੰਤੋਖ ਗਿਆਨ, ਸੁਣਿਐ 68 ਕਾ ਇਸ਼ਨਾਨ। ਸੁਣਿਐ ਪੜ ਪੜ ਪਾਵਹਿ ਮਾਨ, ਸੁਣਿਐ ਲਾਗੈ ਸਹਿਜ ਧਿਆਨ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੂਖ ਪਾਪ ਕਾ ਨਾਸ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਚੱਲ ਰਹੀ ਲੜੀਵਾਰ 4 ਪੌੜੀਆਂ ਦੀ ਸੁਣਨ ਦੀ ਵਿਚਾਰ ਨੂੰ ਅੱਗੇ ਤੋਰਦੇ ਹੋਏ, ਸਾਡੇ ਕਲਯੁਗੀ ਜੀਵਾਂ ਦਾ ਉਧਾਰ ਕਰਦੇ ਹੋਏ ਔਰ ਸਾਨੂੰ ਗਿਆਨ ਸੋਝੀ ਬਖਸ਼ਦੇ ਹੋਏ ਅੱਜ ਕੀ ਕਹਿ ਰਹੇ ਹਨ ਕਿ ਭਾਈ ਜਿਹੜਾ ਵੀ ਪਰਮਾਤਮਾ ਦਾ ਨਾਮ ਸੁਣ ਲਏਗਾ, ਇੱਥੇ ਸੁਣਿਆ ਕਹਿਣਾ ਤਾਂ ਮਹਾਰਾਜ ਕਹਿੰਦੇ ਨੇ ਜਿਹੜਾ ਪ੍ਰਭੂ ਪਰਮਾਤਮਾ ਦਾ ਨਾਮ ਸੁਣ ਲਏਗਾ, ਸੁਣਨ ਤੋਂ ਭਾਵ ਸਮਝ ਲਏਗਾ। ਕਈ ਗੱਲਾਂ ਅਸੀਂ ਸੁਣ ਲੈਂਦੇ ਹਾਂ ਪਰ ਸਮਝਣ ਜ਼ਹਿਨ ਵਿੱਚ ਨਹੀਂ ਲਿਆਂਦੇ। ਸਤਿਗੁਰ ਇੱਥੇ ਕਹਿੰਦੇ ਨੇ ਉਹ ਸੁਣਨਾ ਜਿਹਦੇ ਨਾਲ ਸਮਝ ਰੱਖਦਾ ਹੈ। ਤਾਂ ਉਹਦੇ ਨਾਲ ਕੀ ਹੋਏਗਾ? ਸਤ ਸੰਤੋਖ ਗਿਆਨ ਇੱਕ ਦੈਵਿਕ ਗੁਣ ਨੇ। ਦਇਆ ਧਰਮ ਧੀਰਜ ਸਤ ਸੰਤੋਖ ਗੁਰੂ ਦੇ ਸ਼ਬਦ ਦੀ ਵਿਚਾਰ, ਇਹ ਸਾਰੇ ਦੈਵਿਕ ਗੁਣ ਨੇ ਜੋ ਜਿਹਦੀ ਬਾਬਤ ਗੁਰਬਾਣੀ ਵਿੱਚ ਵੀ ਆਇਆ, ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇਂ ਤਿਸ ਦੇ। ਇਹ ਦਾਤ ਉਹਨੇ ਆਪਣੇ ਹੱਥ 'ਚ ਰੱਖੀ ਹੈ। ਦੈਵਿਕ ਗੁਣ ਅਸੀਂ ਆਪਣੀ ਜ਼ੋਰ ਨਾਲ ਜਾਂ ਆਪਣੇ ਕਹੇ ਅਨੁਸਾਰ ਨਹੀਂ ਲੈ ਸਕਦੇ। ਜਦੋਂ ਮਾਲਕ ਪ੍ਰਭੂ ਪਰਮਾਤਮਾ ਤਰੁੱਠਦਾ ਹੈ ਤਦ ਇਹ ਦਾਤਾਂ ਝੋਲੀ ਵਿੱਚ ਪੈਂਦੀਆਂ ਹਨ। ਤਾਂ ਗੁਰੂ ਮਹਾਰਾਜ ਕਹਿ ਰਹੇ ਨੇ ਇੱਥੇ ਸਤ ਸੰਤੋਖ ਗਿਆਨ, ਤਿੰਨਾਂ ਦੇ ਅੱਖਰਾਂ ਦੇ ਅਖੀਰ ਵਿੱਚ ਔਂਕੜ ਲੱਗੀ ਹੈ, ਉਚਾਰਨ ਵਿੱਚ ਨਹੀਂ ਹੈ। ਸੱਤ ਦੇ ਤੱਤੇ ਦੇ ਔਂਕੜ ਹੈ। ਵਿਆਕਰਣ ਸਮਝਾਂਗੇ ਕੁਛ ਤੇ ਫਿਰ ਗੁਰਬਾਣੀ ਦੇ ਸ਼ਬਦ ਸਾਨੂੰ ਸੌਖੇ ਹੋ ਜਾਂਦੇ ਹਨ। ਦੇਖੋ, ਸੱਤ ਦਾ 3 ਰੂਪਾਂ ਵਿੱਚ
ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਦਰਸ਼ਨ ਕਰੀਦੇ ਨੇ। ਇੱਕ ਤੱਤਾ ਮੁਕਤਾ ਹੁੰਦਾ ਹੈ, ਜਿਹਦੇ ਨਾਲ ਕੋਈ ਲਾਵਾਂ ਦੁਲਾਵਾਂ ਜਾਂ ਟਿੱਪੀ ਬਿੰਦੀ ਕੁਝ ਔਂਕੜ ਨਹੀਂ ਹੁੰਦੀ। ਇੱਕ ਤੱਤਾ ਔਂਕੜ ਲੱਗੀ ਹੁੰਦੀ ਹੈ, ਇੱਕ ਤੱਤੇ ਨੂੰ ਸਿਹਾਰੀ ਹੁੰਦੀ ਹੈ। ਜਿਹੜਾ ਤੱਤਾ ਮੁਕਤਾ ਹੁੰਦਾ ਹੈ, ਸੱਸਾ ਤੇ ਤੱਤਾ, ਪੜ੍ਹਨ ਵਿੱਚ ਤਿੰਨੋਂ ਸੱਤ ਨੇ, ਉਹਦਾ ਭਾਵ ਗੁਰਬਾਣੀ 'ਚ ਹੋਏਗਾ 7, ਹਿੰਸੇ ਦਾ, ਗਿਣਤੀ ਦਾ 7 ਮੰਨਿਆ ਜਾਂਦਾ ਹੈ। ਆਪ ਨੋਟ ਵੀ ਕਰ ਲਓ, ਕਿਉਂਕਿ ਕਈ ਵਾਰੀ ਗੁਰਬਾਣੀ ਦੇ ਅੰਦਰ ਸਾਨੂੰ ਕਈ ਚੀਜ਼ਾਂ ਦਾ ਗਿਆਨ ਤਦ ਹੁੰਦਾ ਹੈ ਜਦੋਂ ਵਿਆਕਰਣ ਸਾਨੂੰ ਸੰਬੰਧ ਇਸ ਨੂੰ ਸਮਝਣ ਵਿੱਚ ਸਾਨੂੰ ਪਤਾ ਲੱਗ ਜਾਏ। ਤੋ ਮਹਾਰਾਜ ਕਹਿੰਦੇ ਨੇ ਤੱਤੇ ਦੇ ਜਿਹੜੇ ਮੁਕਤਾ ਹੈ, ਸਮਝੋ ਉੱਥੇ ਭਾਵ 7 ਹੈ। ਜੇ ਤੱਤੇ ਨੂੰ ਸਿਹਾਰੀ ਹੈ, ਇਹ 7, ਇਹ ਸੰਸਕ੍ਰਿਤ ਦਾ ਵਰਡ ਹੈ ਜਿਹਦਾ ਭਾਵ ਹੈ ਸੱਤੇ, ਜਿਹਨੂੰ ਸਤਨਾਮ ਕਹੀਦਾ, ਸਦਾ ਸਥਿਰ ਰਹਿਣ ਵਾਲਾ, ਹਮੇਸ਼ਾ ਕਦੀ ਵੀ ਖਤਮ ਨਾ ਹੋਣ ਵਾਲਾ। ਅਸੀਂ ਤੁਸੀਂ ਸਭ ਨੇ ਖਤਮ ਹੋਣਾ ਹੈ, ਪਰ ਉਹ ਸੱਤੇ ਹੈ, ਸਦਾ ਰਹਿਣ ਵਾਲਾ। ਤੇ ਇੱਕ ਤੱਤਾ ਆਉਂਦਾ ਔਂਕੜ, ਜਿਹਦੇ ਮਹਾਰਾਜ ਨੇ ਇੱਥੇ ਇਸ ਅੱਖਰ ਦੀ ਵਰਤੋਂ ਕੀਤੀ ਹੈ। ਤੋ ਇਹਦਾ ਭਾਵ ਹੋ ਗਿਆ ਕਿ ਨਾ 7 ਹੈ ਤੇ ਨਾ ਹੀ ਇਹ ਸਦਾ ਕਾਇਮ ਰਹਿਣ ਵਾਲਾ ਹੈ। ਇੱਥੇ ਜਿਹੜੀ ਗੱਲ ਹੈ, 7 2 ਅਰਥ ਨਿਕਲਦੇ ਨੇ। ਇੱਕ ਹੁੰਦਾ ਆਚਰਣ, ਕਰੈਕਟਰ ਕਹਿ ਲਓ, ਕਿਰਦਾਰ। ਇੱਕ ਹੁੰਦਾ ਦਾਨ। ਪਰ ਜੇ ਦਾਨ ਵਾਲਾ ਤੱਤਾ ਔਂਕੜ ਆਏਗੀ, ਉਹਦੇ ਨਾਲ ਸੰਤੋਖ ਹੋਏਗਾ। ਤੋ ਇੱਥੇ ਮਹਾਰਾਜ ਸੰਤੋਖ ਹੀ ਕਹਿ ਰਹੇ ਨੇ, ਭਾਵ ਕਿ ਇੱਥੇ ਆਚਰਣ ਦੀ ਗੱਲ ਨਹੀਂ ਕਰ ਰਹੇ, ਇੱਥੇ ਦਾਨ ਦੀ ਗੱਲ ਕਰ ਰਹੇ ਨੇ। ਕਹਿੰਦੇ ਨੇ ਜੇ ਕੋਈ ਪਰਮਾਤਮਾ ਦਾ ਨਾਮ ਧਿਆਨ ਨਾਲ ਸੁਣੇਗਾ, ਸਮਝ ਕੇ ਸੁਣੇਗਾ, ਤੇ ਉਹਨੂੰ ਸਤ ਤੇ ਸੰਤੋਖ ਤੇ ਗਿਆਨ, ਭਾਵ ਕਿ ਉਹਦੀ ਬਿਰਤੀ ਜਿਹੜੀ ਹੋ ਜਾਏਗੀ, ਸੋਚ ਦਾਨੀ ਬਿਰਤੀ ਹੋ ਜਾਏਗੀ, ਉਹਦੇ ਵਿੱਚ ਸੰਤੋਖ ਆ ਜਾਏਗਾ। ਸੰਤੋਖ ਜਿਹੜਾ ਰਜਿਆ ਹੋਵੇ, ਜਿਹਦੀ ਅੱਖ ਭੁੱਖੀ ਨਾ ਹੋਵੇ। ਬਿਨਾ ਸੰਤੋਖ ਨਹੀਂ ਕਉ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੇ। ਦੇਖੋ, ਸੰਤੋਖੀ ਬੰਦਾ ਹੀ ਦਾਨ ਕਰ ਸਕਦਾ ਹੈ, ਇਹ ਵੀ ਗੱਲ ਹੈ। ਧਿਆਨ ਨਾਲ ਸੁਣਨਾ, ਸੰਤੋਖ ਹੋਏਗਾ ਤੇ ਦਾਨ ਕਰੇਗਾ, ਅਦਰਵਾਈਜ਼ ਕੋਈ ਦਾਨ ਨਹੀਂ ਕਰ ਸਕਦਾ। ਉਹ ਸੋਚੇਗਾ ਕਿ ਜੋ ਮੇਰੇ ਕੋਲ ਹੈ, ਮੈਂ ਉਹਦੇ ਵਿੱਚੋਂ ਕੁਝ ਵੰਡ ਕੇ, ਜੇ ਸਾਹਮਣੇ ਵਾਲਾ ਭੁੱਖਾ ਦੇਖਦਾ ਹੈ ਤੇ ਉਹਨੂੰ ਦੇ ਕੇ ਉਹ ਕਹਿੰਦਾ ਚੱਲ ਭਾਈ ਤੂੰ ਵੀ ਖਾ ਲੈ, ਤੂੰ ਵੀ ਭੁੱਖਾ ਨਾ ਰਹਿ ਤੇ ਮੈਂ ਵੀ ਨਾ ਭੁੱਖਾ ਰਹਾਂ। ਇਹ ਦਾਨੀ ਬਿਰਤੀ ਹੈ। ਇਹ ਗੁਰੂ ਨਾਨਕ ਨੇ ਸਾਡੇ ਜ਼ਿਹਨ ਵਿੱਚ ਪਹਿਲਾਂ ਹੀ ਪਾ ਦਿੱਤੀ ਹੈ ਕਿ ਸਿੱਖ ਕੰਜੂਸ ਨਾ ਹੋਵੇ, ਕਿਉਂਕਿ ਜਿਹੜੇ ਕੰਜੂਸ ਦੇ ਕੰਮ ਨੇ ਨਾ, ਉਹ ਕਿੱਥੇ ਵੀ ਐਵੇਂ ਕਵਾਂ ਸਾਕਾਰਤ ਨਹੀਂ ਹੁੰਦੇ। ਜਿਉਂ ਕਿਰਪਨ ਕੇ ਨਿਰਾਰਤ ਦਾਮ, ਕਿਰਪਨ ਕੰਜੂਸ ਨੂੰ ਹੀ ਕਹਿੰਦੇ ਨੇ। ਜਿਹੜਾ ਕੰਜੂਸ ਹੁੰਦਾ ਨਾ, ਉਹਦੇ ਕੋਈ ਵੀ ਕੰਮ ਕਰਦਾ ਹੈ ਨਾ, ਧਾਰਮਿਕ ਕਾਰਜ, ਉਹਦੇ ਸਫਲ ਨਹੀਂ ਹੁੰਦੇ, ਕਿਉਂਕਿ ਉਹਦੀ ਬਿਰਤੀ ਕੰਜੂਸ ਹੈ, ਉਹਦੇ ਅੰਦਰ ਸੂਮਤਾ ਹੈ, ਸੂਮ ਹੈ ਉਹ। ਗੁਰੂ ਸਾਹਿਬ ਕਹਿੰਦੇ ਤੂੰ ਹੱਥ ਖੁੱਲ੍ਹਾ ਰੱਖ, ਤੂੰ ਦਾਨੀ ਬਣਨਾ ਹੈ, ਤੂੰ ਸੰਸਾਰ ਵਿੱਚ ਦਾਨ ਕਰਨਾ ਹੈ। ਪਰ ਦਾਨ ਤਦ ਹੁੰਦਾ ਹੈ ਜੇ ਮਨ ਵਿੱਚ ਸੰਤੋਖ ਹੋਏ। ਸੰਤੋਖ ਤੋਂ ਬਿਨਾਂ ਦਾਨੀ ਨਹੀਂ ਹੋ ਸਕਦਾ। ਦੇਖੋ, ਜੇ ਹੁਣ ਅਸੀਂ ਇਹ ਜਿਹੜੀਆਂ ਚੀਜ਼ਾਂ ਸੁਣ ਰਹੇ ਹਾਂ ਤੇ ਇਹਨੂੰ ਸੰਗਿਆ ਪਤਾ ਕਿਹੜੀ ਮਿਲਣੀ ਹੈ? ਇਹਨੂੰ ਭਗਤ ਦੀ ਸੰਗਾ। ਨਾਨਕ ਭਗਤਾਂ ਸਦਾ ਵਿਗਾਸ। ਤੇ ਭਗਤ ਦੀ ਡੈਫੀਨੇਸ਼ਨ ਵੇਖੋ, ਇਹੀ ਹੈ, ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਅਣ ਹੁੰਦੇ ਭਾਵ ਕਿ ਮਾਰੇ ਪਹਿਲਾਂ ਕਹਿੰਦੇ ਨੇ ਫਰੀਦ ਸਾਹਿਬ, ਮਤ ਹੁੰਦੇ ਹੋਏ ਇਆਣਾ। ਜੇ ਮਤ ਹੁੰਦੀ ਵੀ ਹੈ ਭਗਤ ਵਿੱਚ, ਉਹ ਇਆਣਾ ਬਣ ਕੇ ਰਹਿੰਦਾ ਹੈ, ਸਮਝਦਾਰੀ ਨਹੀਂ ਦਿਖਾਉਂਦਾ ਜ਼ਿਆਦਾ। ਤਾਣ ਹੁੰਦੇ ਹੋਏ ਨਿਤਾਣਾ, ਇਤਨਾ ਬਲ ਵੀ ਹੁੰਦੇ ਹੋਏ ਪਰ ਨਿਤਾਣਾ ਬਣ ਕੇ ਰਹਿੰਦਾ ਹੈ। ਅਣ ਹੁੰਦੇ ਆਪ ਵੰਡਾਏ, ਜੇ ਆਪਣੇ ਕੋਲ ਕੁਛ ਵੀ ਨਹੀਂ ਨਾ, ਥੋੜਾ ਹੈ, ਅਣ ਹੁੰਦੇ ਆਪ ਵੰਡਾਏ, ਉਸ ਥੋੜੇ ਵਿੱਚੋਂ ਵੀ ਵੰਡ ਦਿੰਦਾ ਹੈ। ਭਾਵ ਕਿ ਮਹਾਰਾਜ ਨੇ ਕਿਹਾ ਕਦੀ ਇਹ ਦਲੀਲ ਨਾ ਦਿਆ ਕਰੋ ਮੇਰੀ ਘੱਟ ਇਨਕਮ ਹੈ, ਮੇਰੀ ਜਿਹੜੀ ਕਮਾਈ ਹੈ ਘੱਟ ਹੈ। ਮਹਾਰਾਜ ਕਹਿੰਦੇ ਨੇ ਘੱਟ ਦੇ ਵਿੱਚੋਂ ਘੱਟ ਦੇ, ਭਾਵੇਂ ਵੱਧ ਦੇ ਵਿੱਚੋਂ ਵਾਧਾ ਦੋ। ਵੈਸੇ ਤੇ ਸਾਨੂੰ 10% ਦਸਵੰਧ ਕਿਹਾ ਨਾ, ਇਹ ਹਰ ਇੱਕ ਸਿੱਖ ਨੂੰ, ਭਾਵੇਂ ਥੋੜਾ ਹੈ ਭਾਵੇਂ ਜ਼ਿਆਦਾ ਹੈ, ਥੋੜੇ ਵਿੱਚੋਂ ਥੋੜਾ,
कोई 10,000 कमा रहा, ਉਹਦੇ ਚੋਂ 10 ਕੱਢੇ, ਕੋਈ ਲੱਖ ਕਮਾ ਰਿਹਾ, ਕੋਈ 20 ਲੱਖ, ਜੋ ਵੀ ਕਮਾ ਰਿਹਾ, ਥੋੜੇ ਵਿੱਚੋਂ ਥੋੜਾ। ਕਿਉਂਕਿ ਮਹਾਂਪੁਰਖ ਦੱਸਦੇ ਸਨ ਕਿ ਜਿਸ ਛੱਤ ਤੇ ਪਰਨਾਲਾ ਨਹੀਂ ਲੱਗਿਆ ਹੋਏਗਾ ਨਾ, ਉਹ ਛੱਤ ਕਦੀ ਵੀ ਚੋ ਸਕਦੀ ਹੈ। ਭਾਵ ਕਿ ਬਰਸਾਤ ਆਵੇ ਤੇ ਜੇ ਪਾਣੀ ਪਰਨਾਲਾ ਨਿਕਲਣਾ ਨਾ ਹੋਵੇ ਤੇ ਉਹ ਛੱਤ ਤੇ ਉੱਤੇ ਪਾਣੀ ਪੈ ਪੈ ਕੇ ਇੱਕ ਦਿਨ ਚੋ ਜਾਏਗੀ। ਕਹਿਣ ਤੋਂ ਮੁਰਾਦ ਉਹ ਸਮਝਾਉਂਦੇ ਸਨ ਕਿ ਜੇ ਤੁਸੀਂ ਮਾਇਆ ਗੁਰੂ ਘਰਾਂ ਦੇ ਵਿੱਚ ਦਸਵੰਤ ਨਹੀਂ ਕੱਢੋਗੇ ਨਾ, ਤੇ ਇਹ ਮਾਇਆ ਫਿਰ ਕੀ ਹੋਏਗੀ? ਜਿਸ ਤਰ੍ਹਾਂ ਛੱਤ ਚੋਂਦੀ ਹੈ ਨਾ, ਜਾਂ ਬਿਮਾਰੀਆਂ ਦੇ ਵਿੱਚ, ਜਾਂ ਕੋਰਟ ਕਚਹਿਰੀਆਂ ਵਿੱਚ, ਜਾਂ ਮਾੜੇ ਕੰਮਾਂ ਵਿੱਚ ਉਹ ਲੱਗ ਜਾਏਗੀ। ਤਾਂ ਮਹਾਰਾਜ ਇੱਥੇ ਕਹਿ ਰਹੇ ਨੇ, ਜੇ ਨਾਮ ਤੁਸੀਂ ਧਿਆਨ ਨਾਲ ਸੁਣੋਗੇ ਨਾ, ਤੁਹਾਡੀ ਬਿਰਤੀ ਹੈ ਨਾ, ਉਹ ਸੱਤ ਵਾਲੀ ਹੋ ਜਾਏਗੀ, ਦਾਨੀ ਬਿਰਤੀ ਹੋ ਜਾਏਗੀ। ਤੁਸੀਂ ਥੋੜੇ ਵਿੱਚੋਂ ਵੀ ਕਹੋਗੇ ਭਾਈ ਇਹ ਸਾਹਮਣੇ ਵਾਲਾ ਹੈ, ਭਾਈ ਤੂੰ ਲੈ ਲੈ, ਤੂੰ ਵੀ ਰੱਜਿਆ ਰਹਿ, ਤੇ ਇਸ ਬਹਾਨੇ ਮੈਂ ਵੀ ਰੱਜਿਆ ਰਹਾਂ। ਸੰਤੋਖ ਆ ਗਿਆ। ਗਿਆਨ, ਇਹ ਸੁਣਨ ਨਾਲ ਹੀ ਤੇ ਗਿਆਨ ਆ ਰਿਹਾ ਹੈ। ਹੁਣ ਮੈਂ ਬੋਲ ਰਿਹਾ, ਮੈਨੂੰ ਕਿੱਥੋਂ ਗਿਆਨ ਹੋਇਆ? ਸੁਣਿਆ ਹੀ ਹੈ ਨਾ। ਤੁਸੀਂ ਸੁਣ ਰਹੇ ਹੋ, ਇਹ ਗਿਆਨ ਹੀ ਤੇ ਹੈ। ਬਿਨਾਂ ਸੁਣੇ ਗਿਆਨ ਨਹੀਂ ਆ ਸਕਦਾ। ਗਿਆਨ ਹੁੰਦਾ ਵਿਵੇਕ, ਉਹ ਵਾਲੀ ਬੁੱਧੀ। ਗਿਆਨ ਕਿਸ ਬਾਰੇ? ਜਿਸ ਬਾਰੇ ਪਰਮਾਤਮਾ ਦੀ ਗੱਲ ਹੋ ਰਹੀ ਹੈ, ਪਰਮਾਤਮਾ ਬਾਰੇ ਗਿਆਨ ਹੋ ਜਾਏ ਕਿ ਪਰਮਾਤਮਾ ਤੂੰ ਕਿੰਨਾ ਵੱਡਾ ਹੈ, ਇਹ ਗਿਆਨ ਹੋ ਜਾਏ। ਜਦ ਨਹੀਂ ਪਤਾ ਸੀ ਉਸ ਵੇਲੇ, ਕਿਉਂਕਿ ਅਸੀਂ ਸੁਣਿਆ ਹੀ ਨਹੀਂ ਸੀ। ਹੋਰ ਸੌਖਾ ਲੈ ਲਈ ਇਸ ਗੱਲ ਨੂੰ। ਘਰ ਦੀ ਗ੍ਰਹਿਣੀ ਜਦੋਂ ਕੁਆਰੀ ਸੀ, ਮਾਤਾ ਪਿਤਾ ਦੇ ਲਾਡ ਵਿੱਚ ਕਹਿ ਲਓ, ਜਾਂ ਸਟੱਡੀ ਦੀ ਬਰਡਨ ਕਰਕੇ, ਪੜ੍ਹਾਈ ਦੀ ਬਰਡਨ ਕਰਕੇ ਨਹੀਂ ਕਿਚਨ ਦਾ ਕੰਮ ਸਿੱਖ ਸਕੀ, ਸਬਜ਼ੀ ਬਣਾਉਣੀ ਨਹੀਂ ਸਿੱਖ ਸਕੀ, ਵਿਆਹ ਹੋ ਗਿਆ, ਸਹੁਰੇ ਚਲੀ ਗਈ। ਹੁਣ ਸਹੁਰੇ ਗਈ, ਉੱਥੇ ਦਾਲ ਸਬਜ਼ੀ ਬਣਾਉਣੀ ਸੀ, ਗਿਆਨ ਨਹੀਂ ਸੀ, ਸੋਝੀ ਨਹੀਂ ਸੀ, ਕਦੀ ਬਣਾਈ ਨਹੀਂ ਪੇਕੇ ਘਰ। ਉਹਦੀ ਵੀ ਮਜਬੂਰੀ ਸੀ, ਜਾਂ ਮਾਂ ਦਾ ਲਾਡ ਸੀ, ਜਾਂ ਪੜ੍ਹਾਈ ਵਿੱਚ ਬਿਜੀ ਸੀ। ਤੇ ਉਸਨੇ ਕੀ ਕੀਤਾ? ਉਸਨੇ YouTube ਖੋਲ ਕੇ ਉਸ ਸਬਜ਼ੀ ਦੀ ਰੈਸਪੀ ਕੱਢੀ। ਇੱਕ ਵਾਰੀ ਦੇਖਿਆ, ਬਣਾਈ, ਦੂਜੀ ਵਾਰੀ ਕੱਢੀ, ਬਣਾਈ। ਹੁਣ ਤੀਜੀ ਵਾਰੀ ਉਹਨੂੰ ਰੈਸਪੀ ਖੋਲਣ ਦੀ ਲੋੜ ਨਹੀਂ ਪਈ। ਕਿਉਂ? ਕਿਉਂਕਿ ਉਹਦੀ ਇਹ ਰੈਸਪੀ ਹੁਣ ਉਹਦੇ ਮਾਈਂਡ ਵਿੱਚ ਆ ਗਈ, ਧਿਆਨ ਵਿੱਚ ਆ ਗਈ, ਉਹਨੂੰ ਗਿਆਨ ਹੋ ਗਿਆ। ਜਦ ਤੱਕ ਉਸਨੇ ਸੁਣਿਆ ਨਹੀਂ ਸੀ, ਤਦ ਤੱਕ ਉਹ ਨਹੀਂ ਬਣਾ ਪਾਈ। ਜਦ ਸੁਣਿਆ, ਇੱਕ ਦੋ ਵਾਰੀ ਟਰਾਈ ਕੀਤੀ, ਹੁਣ ਉਹਨੂੰ ਲੋੜ ਨਹੀਂ ਪਈ YouTube ਖੋਲ੍ਹਣ ਦੀ। ਕਿਉਂ? ਕਿਉਂਕਿ ਉਹਨੂੰ ਗਿਆਨ ਹੋ ਗਿਆ। ਇਸ ਕਰਕੇ ਮਹਾਰਾਜ ਇੱਥੇ ਖਿਆਲ ਦੇ ਰਹੇ ਨੇ ਕਿ ਜੇ ਤੁਸੀਂ ਪਰਮਾਤਮਾ ਦਾ ਨਾਮ ਧਿਆਨ ਨਾਲ ਸੁਣੋਗੇ ਨਾ, ਤੁਹਾਡੀ ਸੰਤੋਖ ਵਾਲੀ ਬਿਰਤੀ, ਦਾਨੀ ਬਿਰਤੀ, ਔਰ ਤੁਹਾਨੂੰ ਗਿਆਨ ਹੋ ਜਾਏਗਾ। ਬੜੀ ਵੱਡੀ ਗੱਲ ਹੈ ਗਿਆਨ ਹੋਣਾ। ਅੱਜ ਕੋਈ ਗੁਰੂ ਦੀ ਗਿਆਨ ਵਾਲੀ ਗੱਲ ਸੁਣਨਾ ਹੀ ਨਹੀਂ ਚਾਹੁੰਦਾ, ਕਿਉਂਕਿ ਇਹ ਗਿਆਨ ਗੁਰੂ ਤੋਂ ਬਗੈਰ ਨਹੀਂ ਆਉਣਾ। ਜੇ ਇਹ ਗੱਲ ਨੋਟ ਕਰ ਲਓ, ਜਿਤਨਾ ਮਰਜ਼ੀ ਤੁਸੀਂ ਭਾਵੇਂ ਸਟੱਡੀ ਕਰ ਲਓ, ਦੁਨਿਆਵੀ ਪੜ੍ਹਿਆ ਮੂਰਖ ਆਖੀਏ, ਜਿਸ ਲਬ ਲੋਭ ਅਹੰਕਾਰਾ, ਨਾਉ ਪੜ੍ਹੀਏ ਨਾਉ ਬੂਝੀਏ ਗੁਰਮਤੀ ਵਿਚਾਰਾ। ਗੁਰੂ ਪਾਤਸ਼ਾਹ ਕਹਿੰਦੇ ਨੇ, ਜੇ ਤੁਸੀਂ ਦੁਨਿਆਵੀ ਪੜ੍ਹਾਈ ਕੀਤੀ ਹੈ ਤੇ ਇਹ ਪੜ੍ਹਾਈ ਨਹੀਂ ਕੀਤੀ ਨਾ, ਤੇ ਮੂਰਖ ਸਮਝੋ। ਕਿਵੇਂ? ਪੜ੍ਹਿਆ ਮੈਂ ਨਹੀਂ ਕਹਿ ਰਿਹਾ ਜੋ ਕੋਈ ਪੜ੍ਹਿਆ ਤੇ ਪੜ੍ਹਿਆ ਮੂਰਖ ਆਖੀਏ, ਜਿਸ ਲਬ ਲੋਭ ਅਹੰਕਾਰਾ, ਕਿਉਂਕਿ ਉਹਦੀ ਬਿਰਤੀ ਬਣ ਜਾਏਗੀ ਲੋਭ ਦੀ, ਅਹੰਕਾਰ ਦੀ, ਮੋਹ ਦੀ। ਨਾਉ ਪੜ੍ਹੀਏ ਨਾਉ ਬੂਝੀਏ ਗੁਰਮਤੀ ਵਿਚਾਰਾ। ਜੇ ਗੁਰਮਤੀ ਵਿਚਾਰ ਨਹੀਂ ਕੀਤੀ ਤੇ ਉਹ ਪੜ੍ਹਿਆ ਵੀ ਮੂਰਖ ਹੈ। ਤਾਂ ਮਹਾਰਾਜ ਇੱਥੇ ਕਹਿੰਦੇ ਨੇ ਉਹਨੂੰ ਗਿਆਨ ਹੋ ਜਾਏਗਾ, ਕਿਉਂਕਿ ਗਿਆਨ ਬਿਨਾਂ ਗੁਰੂ ਤੋਂ ਨਹੀਂ ਹੋਣਾ। ਹੁਣ ਅਸੀਂ ਸੁਣਿਆ, ਅਸੀਂ ਗੁਰੂ ਦੀ ਗੱਲ ਸੁਣੀ, ਤੁਸੀਂ ਸੁਣ ਰਹੇ ਹੋ ਗੁਰੂ ਦੀ ਗੱਲ। ਕੁੰਭੇ ਬੱਧਾ ਜਲ ਰਿਹਾ, ਆਸਾ ਦੀ ਵਾਰ ਹੀ ਪੜ੍ਹਨੇ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਕੁੰਭਾ ਕੀ ਹੁੰਦਾ? ਘੜਾ। ਕਹਿੰਦੇ ਨੇ ਘੜੇ ਦੇ ਵਿੱਚ ਪਾਣੀ ਬੱਧਿਆ ਹੁੰਦਾ। ਕੁੰਭੇ ਬੱਧਾ ਜਲ ਰਹੇ, ਔਰ ਕਮਾਲ ਦੀ ਗੱਲ, ਜਲ ਬਿਨ ਕੁੰਭ ਨਾ ਹੋਏ, ਬਿਨਾਂ ਪਾਣੀ ਤੋਂ ਘੜੇ ਨੇ ਬੰਨਣਾ ਨਹੀਂ। ਜੇ ਦੱਸੋ ਕਦੀ ਕੁਮਹਾਰ ਨੂੰ ਕਹੋ ਇਹ ਮਿੱਟੀ ਜੇ ਬਣਾ ਦੇ, ਉਹ ਕਹੇਗਾ ਨਹੀਂ ਨਾਲ ਪਾਣੀ ਵੀ ਦਿਓ। ਪਾਣੀ ਨਾਲ ਘੜਾ ਬਣਨਾ, ਉਹਨੇ ਫਿਰ ਉਹਦੀ ਸ਼ੇਪ ਦੇਣੀ ਹੈ। ਔਰ ਕਮਾਲ ਦੀ ਗੱਲ, ਬਿਨਾਂ ਪਾਣੀ ਤੋਂ ਘੜਾ ਬਣਿਆ ਨਹੀਂ, ਔਰ ਘੜੇ ਦੇ ਵਿੱਚ ਜਿਹੜਾ ਪਾਣੀ ਹੈ
ਉਹ ਘੜੇ ਦੇ ਕਰਕੇ ਪਾਣੀ ਰੁਕਿਆ ਪਿਆ। ਤਾਂ ਮਹਾਰਾਜ ਫਿਰ ਕਹਿੰਦੇ ਨੇ ਗਿਆਨ ਕਾ ਬੱਦਾ ਮਨ ਰਹੇ, ਇਸ ਮਨ ਨੂੰ ਵੀ ਗਿਆਨ ਦੇ ਵਿੱਚ ਅਸੀਂ ਬੱਧ ਲੈਣਾ ਹੈ। ਪਰ ਗਿਆਨ ਆਣਾ ਕਿਤੋਂ? ਗੁਰ ਬਿਨ ਗਿਆਨ ਨਾ ਹੋਏ, ਗੁਰੂ ਤੋਂ ਬਗੈਰ ਇਹ ਗਿਆਨ ਨਹੀਂ ਆਉਣਾ। ਤਾਂ ਮਹਾਰਾਜ ਇੱਥੇ ਕਹਿ ਰਹੇ ਨੇ ਸੁਣਿਆ ਸਤ ਸੰਤੋਖ ਗਿਆਨ, ਸੁਣਿਆ 8 ਸੱਟ ਕਾ ਇਸ਼ਨਾਨ। ਥੋੜਾ ਜਿਹਾ ਸਲਾਈਟਲੀ ਰੁਕਣਾ, ਬਿਲਕੁਲ ਇਸ ਤਰ੍ਹਾਂ ਆਪਣੇ ਆਪ ਨੂੰ ਮਹਿਸੂਸ ਕਰਾਉਣਾ ਹੈ। ਸੁਣਿਆ 68 ਕਾ ਇਸ਼ਨਾਨ, ਬੜਾ ਅਖਰੀ ਅਰਥ ਆਪੇ ਹੀ ਆ ਜਾਣਗੇ ਬਾਹਰ। 8 60 ਠੱਠੇ ਨੂੰ ਸਿਹਾਰੀਏ, 60 ਦੇ ਵਿੱਚ 8 ਅੱਗੇ 8 ਹੈ। ਧਿਆਨ ਨਾਲ ਪੜੋ 8 60 ਠੱਠੇ ਨੂੰ ਸਿਹਾਰੀ, 60 ਦੇ ਵਿੱਚ 8 ਜੋੜੋ, ਕਿੰਨੇ ਬੰਦੇ ਨੇ? 68 ਤੀਰਥਾਂ ਦਾ ਇਸ਼ਨਾਨ। ਮਹਾਰਾਜ ਕਹਿੰਦੇ ਨੇ ਤੈਨੂੰ ਬਾਣੀ ਪਰਮਾਤਮਾ ਦੇ ਨਾਮ ਸੁਣਨ ਤੇ ਸਮਝਣ ਕਰਕੇ ਹੋ ਜਾਏਗਾ। ਦੇਖੋ ਸਨਾਤਨ ਧਰਮ ਵਿੱਚ ਜਿਹੜੇ ਤੀਰਥ ਸਥਾਨ ਨੇ ਨਾ, ਪ੍ਰਮੁੱਖ ਮੇਨ, ਉਹ 68 ਮੰਨੇ ਜਾਂਦੇ ਨੇ। ਤੇ ਮਹਾਰਾਜ ਕਹਿੰਦੇ ਤੁਹਾਨੂੰ ਇੰਨੀ ਮੁਸ਼ੱਕਤ ਨਹੀਂ ਕਰਨੀ ਪੈਣੀ, ਇੰਨਾ ਇਸ ਗੱਲ ਦਾ ਉਦਮ ਨਹੀਂ ਕਰਨਾ ਪੈਣਾ ਕਿ ਘਰੋਂ ਮਾਇਆ ਖਰਚ ਕੇ ਇਤਨੇ ਜਾ ਕੇ ਕਿਤਨਾ ਸਮਾਂ ਲਾ ਕੇ ਤੂੰ ਇਸ਼ਨਾਨ ਕਰ ਰਹੇ ਹੈ। ਆਓ ਸਿੱਖੋ, ਤੁਹਾਨੂੰ ਮੈਂ ਇੱਕ ਗੱਲ ਦੱਸਣਾ, ਤੁਸੀਂ ਸੰਗਤ ਵਿੱਚ ਬੈਠੋਗੇ ਨਾ, ਤੁਹਾਨੂੰ 68 ਤੀਰਥਾਂ ਦਾ ਇਸ਼ਨਾਨ ਦਾ ਫਲ ਮਿਲ ਰਿਹਾ ਹੈ। ਕਿੰਨੀ ਵੱਡੀ ਗੱਲ ਹੈ। 68 ਤੀਰਥ, ਕਿੱਥੇ ਜਾਣ ਦੀ ਲੋੜ ਨਹੀਂ, ਕਿਉਂਕਿ ਗੁਰਮਤ ਵਿੱਚ ਤੀਰਥਾਂ ਨੂੰ ਕੋਈ ਬਾਤੀ ਵਡਿਆਈ ਨਹੀਂ ਦਿੱਤੀ। ਹਾਂ ਜਾਓ ਗੁਰੂ ਦੇ ਦਰਸ਼ਨ ਕਰੋ, ਕਿਉਂਕਿ ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਮੈਂ ਅਕਸਰ ਬੇਨਤੀ ਕਰਨਾ, ਜਿਹਦਾ ਸਰੀਰ ਢਿੱਲਾ ਹੈ ਉਹ ਦਰਬਾਰ ਸਾਹਿਬ ਨਹੀਂ ਜਾ ਸਕਦਾ, ਤਾਂ ਮਤਲਬ ਇਸ਼ਨਾਨ ਨਹੀਂ ਕਰ ਸਕਦਾ? ਕਰ ਸਕਦਾ। ਉਹ ਸਿਫਤਾਂ ਦੇ ਸਰੋਵਰ ਵਿੱਚ ਕਰਨਾ ਵੀ ਇਸ਼ਨਾਨ। ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ। ਔਰ ਦੇਖੋ ਇੱਥੋਂ ਤੱਕ ਮੈਂ ਗੁਰਬਾਣੀ ਵਿੱਚ ਕਦੀ ਪੜ੍ਹੋ ਨਾ, ਜਿਨ੍ਹਾਂ ਤੀਰਥਾਂ ਤੇ ਇਸ਼ਨਾਨ ਲੋਕੀ ਕਰਨ ਜਾਂਦੇ ਨੇ ਨਾ, ਮਹਾਰਾਜ ਕਹਿੰਦੇ ਨੇ ਉਹ ਜੇ ਤੁਸੀਂ ਨਾਮ ਜਪ ਰਹੇ ਹੋ ਨਾ, ਇਹ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ, ਉਹ ਗੰਗਾ ਤੇ ਜਮਨਾ ਇਹ ਵਾਲੀਆਂ ਨਦੀਆਂ ਵੀ ਤੁਹਾਡੀ ਧੂੜੀ ਲੋਚਣਗੀਆਂ। ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ। ਕਹਿੰਦੇ ਨੇ ਜਿੰਨੀਆਂ ਤੁਸੀਂ ਇਹ ਨਾਮ ਰੱਖਿਆ ਨਾ, ਗੰਗਾ ਜਮਨਾ ਗੋਦਾਵਰੀ ਸਰਸਵਤੀ ਵਗੈਰਾ, ਕਹਿੰਦੇ ਨੇ ਇਹ ਵੀ ਨਾ ਧਿਆਨ ਦੇਣਾ, ਇਹ ਵੀ ਨਦੀਆਂ ਇਹ ਸਾਧੂ ਦੀ ਧੂੜੀ ਲੋਚ ਰਹੀਆਂ ਨੇ। ਦੇਖੋ ਕਿੰਨੀ ਵੱਡੀ ਗੱਲ ਹੈ। ਕਹਿੰਦੇ ਨੇ ਕਿਲ ਬਿਖ ਮੈਲ ਭਰੇ ਹਮਰੇ ਵਿੱਚ। ਉਹਨੂੰ ਨਦੀਆਂ ਕੀ ਕਹਿ ਰਹੀਆਂ ਨੇ ਕਿ ਸਾਡੇ ਵਿੱਚ ਪਾਪੀਆਂ ਨੇ ਆ ਕੇ ਇਸ਼ਨਾਨ ਕਰਕੇ ਸਾਡੇ ਵਿੱਚ ਮੈਲ ਭਰ ਦਿੱਤੀ ਹੈ। ਕਿੰਨੀ ਵੱਡੀ ਗੱਲ ਹੈ। ਤੇ ਮਹਾਰਾਜ ਕਹਿੰਦੇ ਨੇ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਕਹਿੰਦੇ ਨੇ ਅਸੀਂ ਚਾਹੁੰਦੇ ਹਾਂ ਤੁਹਾਡੇ ਵਰਗੇ ਨਾਮ ਜਪਣ ਵਾਲੇ ਆਣ ਤੇ ਇਹਨਾਂ ਦੇ ਸਦਕੇ ਸਾਡੀ ਮੈਲ ਉਤਰੇ, ਕਿਉਂਕਿ ਜਿੰਨੇ ਪਾਪੀ ਆਉਂਦੇ ਨੇ ਸਾਡੇ ਇੱਥੇ ਇਸ਼ਨਾਨ ਕਰਦੇ ਨੇ ਤੇ ਸਾਰੀ ਮੈਲ ਸਾਨੂੰ ਦੇ ਜਾਂਦੇ ਨੇ। ਤੇ ਅਸੀਂ ਤੁਹਾਡੇ ਵਰਗੇ ਗੁਰਸਿੱਖਾਂ ਦੇ ਨਾਮ ਜਪਣ ਵਾਲਿਆਂ ਦੇ ਧੂੜੀ ਲੋਚਨੀਆਂ। ਦੇਖੋ ਗੰਗਾ ਵੀ ਲੋਚ ਰਹੀ ਹੈ। ਮੈਂ ਕਹਿੰਦਾ ਕਮਾਲ ਕਰ ਦਿੱਤੀ। ਤੁਸੀਂ ਥੋੜਾ ਜਿਹਾ ਇਤਿਹਾਸ ਵੱਲ ਜਾਓ ਨਾ, ਪਟਨਾ ਸਾਹਿਬ ਵੱਲ, ਜਦੋਂ ਗੁਰੂ ਨਾਨਕ ਪਾਤਸ਼ਾਹ ਗਏ ਸਾਲਸ ਰਾਏ ਜੋਰੀ ਕੋਲ, ਤੇ ਉੱਥੇ ਇੱਕ ਜੈਤਮਲ ਸੀ। ਮਹਾਰਾਜ ਨੇ ਉਹਦੇ ਘਰ ਸੰਗਤ ਕੀਤੀ, ਸਾਰਿਆਂ ਨੇ ਸੰਗਤ ਕੀਤੀ, ਮਹਾਰਾਜ ਨੇ ਸੰਗਤ ਉਹਨਾਂ ਨੂੰ ਕਰਵਾਈ। ਤੇ ਉਹ ਜੈਤਮਲ ਜਦੋਂ ਮਹਾਰਾਜ ਚੱਲਣ ਲੱਗੇ ਨਾ, ਚਰਨ ਪੈ ਗਿਆ ਮਹਾਰਾਜ ਦੇ, ਮਹਾਰਾਜ ਮੈਨੂੰ ਬਖਸ਼ ਦਿਓ। ਉਹਦਾ ਨੇਮ ਸੀ, ਰੋਜ਼ ਸਵੇਰੇ ਉੱਠ ਕੇ ਗੰਗਾ ਤੇ ਇਸ਼ਨਾਨ ਕਰਨ ਜਾਂਦਾ ਸੀ। ਸਾਹਮਣੇ ਗੱਲ ਆਈ ਹੈ 68 ਕਾ ਇਸ਼ਨਾਨ। ਮਹਾਰਾਜ ਕਹਿੰਦੇ ਤੇਰਾ ਉਧਾਰ ਹੋਏਗਾ, ਪਰ ਅਸੀਂ 9ਵੇਂ ਜਾਮੇ 'ਚ ਆਵਾਂਗੇ, 10ਵੇਂ ਜਾਮੇ 'ਚ, ਤਾਂ ਤੇਰਾ ਉਧਾਰ ਹੋਏਗਾ। ਕਹਿੰਦਾ ਮਹਾਰਾਜ ਮੈਂ ਹੁਣ ਹੀ ਇੰਨਾ ਬਜ਼ੁਰਗ ਹੋ ਗਿਆ ਵਾਂ, ਇਤਨੇ ਸਾਲ ਮੈਂ ਕਿਵੇਂ ਕੱਟਾਂਗਾ।
ਤੇ ਬਜ਼ੁਰਗੀ ਵਿੱਚ ਤੇ ਮੇਰੇ ਇੱਕ ਜਿਹੜਾ ਨੇਮ ਹੈ, ਦੇਖੋ ਹਰ ਬੰਦਾ ਇੱਕ ਨੇਮ ਬਣਾਓ। ਇੱਥੋਂ ਮੈਂ ਖਾਲੀ ਸਾਖੀ ਨੂੰ ਅੱਗੇ ਨਹੀਂ ਲੈ ਕੇ ਜਾ ਰਿਹਾ, ਸਾਖੀ ਵਿੱਚੋਂ ਤੱਤ ਕੱਢੋ, ਇੱਕ ਕੋਈ ਵੀ ਨੇਮ ਬਣਾਓ ਨਾ, ਉਹ ਤੁਹਾਡੇ ਜ਼ਿਹਨ ਵਿੱਚ ਆ ਜਾਏਗਾ। ਨੇਮ ਤੋਂ ਹੀ ਪ੍ਰੇਮ ਬਣਦਾ ਹੈ। ਤੇ ਉਸਨੇ ਕਿਹਾ ਮੈਂ ਇਤਨਾ ਬਜ਼ੁਰਗ ਹੋ ਗਿਆ, ਮੈਂ ਗੰਗਾ ਇਤਨੀ ਦੂਰ ਹੈ, ਮੈਂ ਇਸ਼ਨਾਨ ਕਿਵੇਂ ਕਰਨ ਜਾਵਾਂਗਾ। ਮਹਾਰਾਜ ਕਹਿੰਦੇ ਤੂੰ ਚਿੰਤਾ ਨਾ ਕਰ, ਜਦ ਤੱਕ ਅਸੀਂ ਨਹੀਂ ਆਵਾਂਗੇ ਗੰਗਾ ਤੇਰੇ ਘਰ ਆਏ ਕਰੇਗੀ ਇਸ਼ਨਾਨ ਕਰਨ ਵਾਸਤੇ, ਕਰਵਾਉਣ ਵਾਸਤੇ। ਫਿਰ ਜਦੋਂ ਗੁਰੂ ਤੇਗ ਬਹਾਦਰ ਬਾਬਾ ਜੀ ਪਰਿਵਾਰ ਦੇ ਨਾਲ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹਲੇ ਉੱਥੇ ਪ੍ਰਕਾਸ਼ ਨਹੀਂ ਹੋਇਆ, ਉਹਦੇ ਘਰ ਗਏ। ਬਹੁਤ ਬਜ਼ੁਰਗ ਹੋ ਗਿਆ ਸੀ, ਕਿਉਂਕਿ ਸਮਾਂ ਹੋ ਗਿਆ ਸੀ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ 200 ਸਾਲ ਉੱਤੇ ਹੋ ਗਏ। ਉਡੀਕ ਰਿਹਾ ਸੀ ਤੇ ਲੋਕਾਂ ਨੇ ਸ਼ਿਕਾਇਤ ਕੀਤੀ, ਇਹ ਜੈਤਾ ਹੈ ਨਾ ਜਿਹੜਾ ਮਹਾਰਾਜ ਭਜਨ ਬੰਦਗੀ ਕਰਦਾ ਹੈ, ਉਪਦੇਸ਼ ਤੇ ਬੜੇ ਦਿੰਦਾ, ਪਰ ਇਹਨੂੰ ਅਸੀਂ ਕਦੀ ਨਹਾਉਂਦਿਆਂ ਨਹੀਂ ਦੇਖਿਆ, ਇਹ ਤੇ ਨਹਾਉਂਦਾ ਹੀ ਨਹੀਂ ਹੈ। ਮਹਾਰਾਜ ਅੰਤਰਜਾਮੀ ਸਨ, ਉਧਾਰ ਕਰਨ ਆਏ ਸਨ। ਤੇ ਮਹਾਰਾਜ ਨੇ ਕਿਹਾ ਇਸ ਤਰ੍ਹਾਂ ਕਰੋ, ਤੁਸੀਂ ਰਾਤੀ ਨਾ ਸਾਰੇ ਜਾਗ ਕੇ ਇਹਦੇ ਘਰ ਦੇ ਬਾਹਰ ਪਿੱਛੇ ਛੁਪ ਜਾਓ ਤੇ ਵੇਖੋ ਕੀ ਹੈ। ਤੇ ਉਸ ਵੇਲੇ ਫਿਰ ਸਾਰੇ ਪਿੰਡ ਵਾਲਿਆਂ ਨੇ ਦੇਖਿਆ ਕਿ ਇੱਕ ਗਊ ਆਈ ਹੈ ਔਰ ਗੰਗਾ ਤੋਂ ਜਲ ਲਿਆ ਕੇ ਉਹਨਾਂ ਦੇ ਚੁਬੈਰੇ ਵਿੱਚ ਰੱਖ ਕੇ ਤੇ ਭਾਈ ਜੇਤੇ ਨੂੰ ਇਸ਼ਨਾਨ ਕਰਾ ਰਹੀ ਹੈ 1-1:30 ਵਜੇ। ਫਿਰ ਮਹਾਰਾਜ ਕੋਲੋਂ ਸਭ ਨੇ ਪੁੱਛਿਆ ਕੀ ਹੈ। ਕਹਿੰਦੇ ਨੇ ਧੂੜੀ ਲੋਚਦੀ ਹੈ ਗੰਗਾ ਵੀ, ਇਹਨੂੰ ਗੰਗਾ ਇਸ਼ਨਾਨ ਸਵੇਰੇ ਕਰਾਉਣ ਆਉਂਦੀ ਹੈ। ਉਸ ਅਸਥਾਨ ਦਾ ਨਾਮ ਗਊ ਘਾਟ ਹੈ, ਜਿੱਥੇ ਆਪ ਜੀ ਕਈਆਂ ਨੇ ਦਰਸ਼ਨ ਕੀਤੇ ਹੋਣਗੇ, ਨਹੀਂ ਕੀਤੇ ਜ਼ਰੂਰ ਕਰੋ। ਤਾਂ ਮੇਰੇ ਕਹਿਣ ਤੋਂ ਮੁਰਾਦ ਕਿ ਜਿਹੜਾ ਤੁਸੀਂ ਬਾਣੀ ਸੁਣ ਰਹੇ ਹੋ ਨਾ, ਇਹਦਾ ਵੀ ਮਹੱਤਵ ਇੰਨਾ ਵੇ ਕਿ 68 ਤੀਰਥਾਂ ਦਾ ਇਸ਼ਨਾਨ ਕਹਿ ਲੋ ਕਿ ਤੁਹਾਨੂੰ ਸੁਣਨ ਨਾਲ ਇਹ ਪ੍ਰਾਪਤ ਹੋ ਜਾਏਗਾ। ਸੁਣਿਐ ਪੜ ਪੜ ਪਾਵਹਿ ਮਾਨ, ਸੁਣਨ ਨਾਲ, ਇਸ ਵਿਦਿਆ ਨੂੰ ਪੜ੍ਹ ਕੇ ਮਾਣ ਮਿਲਦਾ ਜੇ। ਤੁਸੀਂ ਦੇਖੋ ਕਿੰਨਾ ਮਾਣ ਮਿਲਦਾ ਹੈ। ਤੁਸੀਂ ਗੁਰਬਾਣੀ ਪੜ੍ਹਦੇ ਹੋਵੋਗੇ ਨਾ, ਤੁਹਾਨੂੰ ਹਰ ਬੰਦਾ ਸਤਿਕਾਰ ਕਰੇਗਾ। ਗੁਰੂ ਵਡਿਆਈ ਦਿੰਦਾ ਹੈ। ਬਾਬਾ ਬੁੱਢਾ ਜੀ ਦਾ ਅੱਜ ਜਨਮ ਦਿਹਾੜਾ ਹੈ, ਕਿੰਨਾ ਮਾਣ ਮਿਲਿਆ ਉਹਨਾਂ ਨੂੰ। 12 ਸਾਲ ਦੀ ਉਮਰ ਵਿੱਚ ਆਏ ਨੇ, ਗੁਰੂ ਨਾਨਕ ਪਾਤਸ਼ਾਹ ਨੂੰ ਮੇਲ ਹੋਈ ਹੈ। ਉਹ ਬਚਨ ਹੀ ਸੁਣਿਆ, 113 ਸਾਲ ਘਾਲ ਕਮਾਈ ਸਿੱਖੀ ਦੇ ਵਿੱਚ ਕੀਤੀ। ਸਿੱਖੀ ਦਾ ਥੰਬ ਵੀ ਕਿਹਾ ਜਾਂਦਾ ਹੈ। ਬ੍ਰਹਮ ਗਿਆਨੀ ਦੀ ਅਵਸਥਾ ਵੀ ਪ੍ਰਾਪਤ ਹੋਈ। ਇੱਥੋਂ ਤੱਕ ਇੰਦਰੀ ਜਿੱਤ ਸਿੱਖ ਵੀ ਮੰਨੇ ਗਏ ਨੇ। ਬੜੀਆਂ ਉਪਾਧੀਆਂ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਦਿੱਤੀਆਂ, ਮਾਣ ਦਿੱਤਾ। 9 ਗੁਰੂ ਪਾਤਸ਼ਾਹੀਆਂ ਦੇ ਦਰਸ਼ਨ ਵੀ ਕੀਤੇ ਨੇ। ਦੇਖੋ ਕਿੰਨੀ ਵੱਡੀ ਗੱਲ ਹੈ। ਹਾਲਾਂਕਿ ਤਿਲਕ ਤੇ 5 ਗੁਰੂਆਂ ਨੂੰ ਲਗਾਇਆ, ਉਸ ਟਾਈਮ ਬਾਕੀ ਗੁਰੂ ਧਾਰਨ ਨਹੀਂ ਸੀ, ਪਰ ਸਰੀਰ ਰੂਪ ਵਿੱਚ ਉਹਨਾਂ ਨੇ 9 ਗੁਰੂਆਂ ਦੇ ਦਰਸ਼ਨ ਕੀਤੇ ਨੇ। ਔਰ ਜਦੋਂ ਵੀ ਗੁਰੂ ਨਾਨਕ ਨੇ ਭਾਈ ਲਹਿਣੇ ਨੂੰ ਅੰਗ ਦੇ ਨਾਲ ਲਾ ਕੇ ਅੰਗਦ ਬਣਾਇਆ ਨਾ ਤੇ ਮੱਥਾ ਟੇਕਿਆ, ਤੇ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਮੱਥਾ ਜਿਹਨੇ ਟੇਕਿਆ ਨਾ, ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਟੇਕਿਆ। ਇਹ ਕਿਹਦੇ ਸਦਕੇ ਵੇ? ਪੜ ਪੜ ਪਾਵਹਿ ਮਾਨ, ਇੰਨਾ ਮਾਣ ਮਿਲਦਾ ਹੈ। ਜਦੋਂ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਨੂੰ ਗੁਰਤਾ ਗੱਦੀ ਦੇਣੀ ਸੀ, ਉਹੀ ਫਿਰ ਸਭ ਤੋਂ ਪਹਿਲਾਂ ਜਿਹੜੇ ਸਿੱਖ ਹੋਏ ਨੇ, ਜਿਨ੍ਹਾਂ ਨੂੰ ਖਿਤਾਬ ਮਿਲਿਆ ਕਿ ਗੁਰੂ ਨੂੰ ਤਿਲਕ ਲਾਉਣ ਦਾ, ਉਹ ਬਾਬਾ ਬੁੱਢਾ ਜੀ ਨੇ। ਔਰ ਇਹਨਾਂ ਦੀ ਫਿਰ ਅੱਗੋਂ ਪੁਸਤ ਵੀ ਚਲਦੀ ਰਹੀ।
ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੀ ਇਹਨਾਂ ਦੇ ਪੜਪੋਤਰਿਆਂ ਨੇ ਹੀ ਅੱਗੋਂ ਜਾ ਕੇ ਬਾਬਾ ਮੋਹਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰਤਾ ਗੱਦੀ ਦੀ ਰਸਮ ਨਿਭਾਈ। ਤਿਲਕ ਲਗਾ ਕੇ 5 ਪੈਸੇ ਨਰੇਲ ਰੱਖ ਕੇ ਤੇ ਜੋ ਮਰਿਆਦਾ ਸੀ ਮਹਾਰਾਜ ਦੀ ਪਰਿਕਰਮਾ ਕਰਕੇ ਮੱਥਾ ਟੇਕਿਆ, ਮਾਣ ਮਿਲਿਆ। ਮੈਂ ਇੱਥੋਂ ਤੱਕ ਇਤਿਹਾਸ ਪੜ੍ਹ ਰਿਹਾ ਸੀ ਕਿ ਬਾਬਾ ਬੁੱਢਾ ਜੀ ਇੱਕ ਵਾਰੀ ਦਰਬਾਰ ਸਾਹਿਬ ਪੋਚਾ ਲਗਾ ਰਹੇ ਸਨ, ਸੇਵਾ ਕਰ ਰਹੇ ਸਨ। ਇੱਕ ਰਾਜਾ ਆਪਣੇ ਬੱਚੇ ਨੂੰ ਲੈ ਕੇ ਆਇਆ ਦਰਸ਼ਨ ਕਰਾਉਣ ਵਾਸਤੇ, ਤੇ ਉਸ ਬੱਚੇ ਨੂੰ ਨਾ ਉਸਨੇ ਬੱਚੀਆਂ ਵਾਲੇ ਕੱਪੜੇ ਪਾ ਰੱਖੇ ਸਨ। ਬਾਬਾ ਬੁੱਢਾ ਜੀ ਕਿੱਥੇ ਪੋਚਾ ਲਾ ਰਹੇ ਸਨ, ਸੇਵਾ ਨਿਭਾ ਰਹੇ ਸਨ, ਮਸਤ ਸੀ, ਵਿਸਮਾਜ਼ ਹੀ ਸਨ। ਕਿੱਥੇ ਪੋਚੇ ਤੇ ਪੈਰ ਉਸ ਬੱਚੇ ਦਾ ਪੈ ਗਿਆ। ਸੁਭਾਵਕ ਹੀ ਬਚਨ ਨਿਕਲਿਆ ਬਾਬਾ ਬੁੱਢਾ ਜੀ ਕੋਲੋਂ, ਬੱਚੀਏ ਧਿਆਨ ਨਾਲ ਵੇਖ ਕੇ ਚੱਲ। ਹੈ ਬੱਚਾ ਸੀ, ਮੁੰਡਾ ਸੀ। ਦਰਸ਼ਨ ਕੀਤੇ, ਘਰ ਗਏ, ਇਹ ਇਤਿਹਾਸ ਹੈ। ਉਹ ਬੱਚੀ ਬਣ ਗਈ। ਉਹ ਰਾਜਾ ਹੈਰਾਨ ਹੋਇਆ, ਗੁਰੂ ਘਰ ਵਿੱਚ ਗਿਆ ਤੇ ਇਹ ਕੀ ਹੈ। ਉਹ ਗੁਰੂ ਅਰਜਨ ਦੇਵ ਮਹਾਰਾਜ ਕੋਲ ਫਿਰ ਦਰਸ਼ਨ ਵਾਸਤੇ ਆਇਆ। ਮਹਾਰਾਜ ਨੂੰ ਕਿਹਾ, ਜੀ ਮੈਂ ਤੇ ਇੱਥੇ ਦਾਤਾਂ ਲੈਣ ਆਇਆ ਸੀ ਤੇ ਪਰ ਮੇਰਾ ਬੱਚਾ ਬੱਚੀ ਬਣ ਗਿਆ। ਮਹਾਰਾਜ ਨੇ ਕਿਹਾ, ਕੀ ਕੀਤਾ ਸੀ, ਤੁझे ਯਾਦ ਹੈ ਤੂੰ ਆਇਆ ਸੀ? ਕਹਿੰਦੇ, ਹਾਂ ਮੈਂ ਇਸ ਬੱਚੇ ਨੂੰ ਬੱਚੀਆਂ ਵਾਲੇ ਕੱਪੜੇ ਤੇ ਪਵਾਏ ਸਨ, ਪਰ ਮੈਂ ਜਦੋਂ ਜਾ ਰਿਹਾ ਸੀ ਇੱਕ ਬਜ਼ੁਰਗ ਬਾਬਾ, ਬੜਾ ਹੀ ਬਜ਼ੁਰਗ ਬਾਬਾ ਪੋਚੇ ਦੀ ਸੇਵਾ ਨਿਭਾ ਰਹੇ ਸਨ ਤੇ ਕਿੱਥੇ ਇਸ ਬੱਚੇ ਦਾ ਪੈਰ ਪੈ ਗਿਆ ਤੇ ਉਹਨਾਂ ਨੇ ਸੁਭਾਵਕ ਬਚਨ ਕਰ ਦਿੱਤਾ ਕਿ ਬੱਚੀਏ ਧਿਆਨ ਨਾਲ ਚੱਲ। ਮਹਾਰਾਜ ਕਹਿੰਦੇ ਨੇ, ਸਾਧ ਬਚਨ ਅਟਲਾਦਾ। ਸਾਧ ਦੀ ਰਸਨਾ ਤੇ ਰੱਬ ਬੈਠਾ ਹੁੰਦਾ ਹੈ। ਮਹਾਰਾਜ ਫਿਰ ਹੱਲ ਵੀ ਦੱਸੋ। ਕਹਿੰਦੇ ਨੇ, ਕੱਲ ਇਹਨੂੰ ਬੱਚਿਆਂ ਵਾਲੇ ਕੱਪੜੇ ਪਾ ਕੇ ਤੇ ਕੱਲ ਜਦੋਂ ਸੇਵਾ ਕਰ ਰਹੇ ਹੋਣ ਇਹਦੇ ਜਾਣ ਕੇ ਪੋਚਾ ਇਹਦੇ ਪੈਰ ਰੱਖੀ। ਜੋ ਸੁਭਾਵਕ ਉਹਨਾਂ ਦਾ ਬਚਨ ਨਿਕਲੇਗਾ ਉਹਨਾਂ ਨੂੰ ਸਿਰ ਮੱਥੇ ਲੈ ਲਈ। ਉਸਨੇ ਫਿਰ ਅਗਲੇ ਦਿਨ ਬੱਚਿਆਂ ਵਾਲੇ ਕੱਪੜੇ ਪਵਾਏ। ਅੱਜ ਵੈਸੇ ਅਕਸਰ ਇਹ ਵੀ ਗੱਲ ਹੋ ਰਹੀ ਹੈ, ਮੁੰਡੇ ਕੁੜੀਆਂ ਬੰਦੇ ਜਾ ਰਹੇ ਨੇ ਤੇ ਕੁੜੀਆਂ ਮੁੰਡੇ ਬੰਦੇ ਜਾ ਰਹੇ ਨੇ। ਮੁੰਡੇ ਵਾਲੀਆਂ ਪਾਉਣ ਲੱਗ ਪਏ ਨੇ, ਦੇਖੋ। ਤੇ ਕੁੜੀਆਂ ਮੈਂ ਹੁਣ ਕਹਿਣ ਦੀ ਗੱਲ ਹੀ ਕੋਈ ਨਹੀਂ ਇਹਦੇ ਵਿੱਚ। ਫਾਰਨ ਵਿੱਚ ਚਲੇ ਜਾਓ ਨਾ, ਪਤਾ ਹੀ ਨਹੀਂ ਲੱਗਦਾ ਮੁੰਡਾ ਕਿਹੜਾ ਤੇ ਕੁੜੀ ਕਿਹੜੀ ਹੈ। ਫਿਰ ਸਾਨੂੰ ਉੱਥੇ ਇੱਕ ਸਿਆਣੇ ਨੇ ਗੱਲ ਦੱਸੀ। ਮੈਂ ਕਿਹਾ, ਇੱਥੇ ਤੇ ਪਤਾ ਹੀ ਨਹੀਂ ਲੱਗਦਾ ਬਈ ਇਹ ਹੀ ਹੈ ਕਿ ਸ਼ੀ ਹੈ। ਤੇ ਉਹਨੇ ਬੜੀ ਵਧੀਆ ਗੱਲ ਦੱਸੀ। ਕਹਿੰਦਾ, ਜਿਹਦੇ ਇਹ ਗਲੇ ਦੇ ਬਾਹਰ ਹੱਡੀ ਨਿਕਲ ਰਹੀ ਹੋਏ ਨਾ, ਦੈਟ ਇਜ਼ ਬॉय। ਮੈਂ ਕਿਹਾ ਵੀ ਗੱਲ ਬੜੀ ਅੱਛੀ ਹੈ। ਮਤਲਬ ਕਿ ਅਸੀਂ ਅਸੈਪਟ ਨਹੀਂ ਕਰ ਰਹੇ ਪਰਮਾਤਮਾ ਦੀ ਹੀ ਔਰ ਸ਼ੀ ਨੂੰ ਵੀ, ਕਿਉਂਕਿ ਮੇਰਾ ਵਿਸ਼ਾ ਨਹੀਂ ਹੈ, ਪਰ ਕੁਦਰਤੀ ਦੇਖੋ ਗੱਲ ਸਾਹਮਣੇ ਆਈ, ਮੈਂ ਸ਼ੇਅਰ ਕਰ ਰਿਹਾ। ਮੁੰਡੇ ਕੁੜੀਆਂ ਬੰਦੇ ਜਾ ਰਹੇ ਨੇ ਤੇ ਕੁੜੀਆਂ ਮੁੰਡੇ ਬਣਨਾ ਚਾਹੀਦਾ। ਇਹਦਾ ਮਤਲਬ ਹੈ ਕਿ ਸਾਨੂੰ ਰੱਬ ਦੀ ਇਹ ਜੋ ਵੇਸ ਮਿਲਿਆ ਹੈ ਉਸ ਨੂੰ ਅਸੀਂ ਐਕਸੈਪਟ ਨਹੀਂ ਕਰ ਰਹੇ। ਗੱਲ ਇਹੀ ਹੈ ਨਾ। ਲੇਡੀਜ਼ ਵਾਲ ਕੱਟੇ ਨੇ, ਪਤਾ ਹੀ ਨਹੀਂ ਲੱਗਦਾ ਹੈ। ਜੀਨਸ ਪਾਈਆਂ ਨੇ ਤਾਂ ਵੀ ਨਹੀਂ। ਮੈਂ ਨਹੀਂ ਕਹਿ ਰਿਹਾ, ਮੈਂ ਕੋਈ ਜੀਨਸ ਦੇ ਵਿਰੋਧ ਨਹੀਂ ਹਾਂ। ਚਲੋ ਸਮਾਂ ਆ ਗਿਆ, ਘਰਾਂ ਸਾਡੇ ਵੀ ਪਾਉਂਦੇ ਨੇ, ਮੈਂ ਐਸੀ ਗੱਲ ਨਹੀਂ ਹੈ। ਲੇਕਿਨ ਮੈਂ ਇੱਕ ਗੱਲ ਦੇ ਵਿੱਚ ਜ਼ਿਕਰ ਕਰ ਰਿਹਾ ਕਿ ਸਾਡਾ ਵੇਸ਼ ਭੂਸ਼ਾ ਵੀ ਬੜੀ ਅਲੱਗ ਹੋ ਗਈ ਹੈ। ਇਹ ਗੁਰੂ ਤੋਂ ਬਿਲਕੁਲ ਅਲੱਗ ਹਟ ਕੇ ਵੇ। ਇਹਦੇ ਵਿੱਚ ਮੈਂ ਵੀ ਸ਼ਾਮਲ ਹਾਂ। ਇਹ ਨਹੀਂ ਕਿ ਮੈਂ ਵਿਚਾਰ ਕਰ ਰਿਹਾ ਤੇ ਮੈਂ ਸ਼ਾਮਲ ਨਹੀਂ ਹਾਂ। ਤਾਂ ਮਹਾਰਾਜ ਜਦ ਬਾਬਾ ਬੁੱਢਾ ਜੀ ਦੇ ਸੁਭਾਵਕ ਉਸ ਬੱਚੇ ਨੇ ਪੈਰ ਰੱਖਿਆ ਪੋਚੇ ਤੇ ਕਿਹਾ, ਬੱਚਿਆ ਧਿਆਨ ਨਾਲ ਚੱਲ, ਵੇਖ ਕੇ ਚੱਲ। ਤੇ ਉਹ ਬਖਸ਼ਿਸ਼ ਹੋ ਗਈ, ਬੱਚਾ ਹੋ ਗਿਆ। ਇੱਕ ਮਾਨ ਗੁਰੂ ਕਿੰਨਾ ਦਿੰਦਾ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਘਰ ਔਲਾਦ ਨਹੀਂ ਦੇ ਸਕਦੇ ਸਨ, ਦੇ ਸਕਦੇ ਸਨ। ਜੇ ਦੁਨੀਆ ਨੂੰ ਦਾਤਾ ਵੰਡ ਰਹੇ ਨੇ ਤੇ ਆਪਣੇ ਘਰ ਖੈਰ ਨਹੀਂ ਪਾ ਸਕਦੇ। ਉਹ ਕੀ ਕਰਦੇ ਨੇ, ਉਹ ਆਪਣੇ ਭਗਤਾਂ ਨੂੰ ਵਡਿਆਈ ਦਿੰਦੇ ਨੇ। ਜੋ ਹਰ ਦਾਸਨ ਕੀ ਉਸਤਤ, ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ।
ਕਹਿੰਦੇ ਨੇ ਜੋ ਹਰ ਦਾਸਨ ਕੀ ਉਸਤਤ, ਜਿਹੜੇ ਹਰੀ ਦੇ ਦਾਸਾਂ ਦੀ ਉਸਤਤ ਹੁੰਦੀ ਹੈ ਨਾ, ਜਦੋਂ ਸਮਝੋ ਦੀ ਹਰੀ ਦੀ ਵਡਿਆਈ ਹੋ ਰਹੀ ਹੈ। ਬੜੇ ਧਿਆਨ ਨਾਲ ਬਾਣੀ ਕਿੰਨੀ ਦੇਖੋ, ਜੋ ਹਰ ਦਾਸਨ ਕੀ ਉਸਤਤ ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵਦੀ ਜਨਕਾ ਜੈਕਾਰ ਕਰਾਈ। ਕਹਿੰਦੇ ਜਦੋਂ ਹਰੀ ਨੂੰ ਆਪਣੀ ਵਡਿਆਈ ਭਾਣੀ ਚੰਗੀ ਲੱਗਦੀ ਹੈ ਨਾ, ਕਿ ਮੈਂ ਆਪਣੀ ਵਡਿਆਈ ਕਰਾਵਾਂ, ਤੇ ਉਹ ਜਨ ਦਾ ਤੁਹਾਡੇ ਵਰਗੇ ਨਾਮ ਜਪਿਆਂ ਦਾ ਜੈ ਜੈਕਾਰ ਕਰਵਾ ਦਿੰਦੀ ਹੈ। ਤੋ ਇਹ ਮਾਣ ਹਰਗੋਬਿੰਦ ਪਾਤਸ਼ਾਹ ਦਾ ਪ੍ਰਕਾਸ਼ ਹੋਣਾ, ਅੱਜ ਦੇ ਦਿਨ ਗੁਰੂ ਅਰਜਨ ਦੇਵ ਮਹਾਰਾਜ ਨੇ ਜਿਹੜੀ ਮਾਣ ਬਖਸ਼ਿਆ, ਉਹ ਬਖਸ਼ਿਆ ਬਾਬਾ ਬੁੱਢਾ ਜੀ ਨੂੰ। ਤੋ ਮਹਾਰਾਜ ਇੱਥੇ ਇਹੀ ਖਿਆਲ ਦੇ ਰਹੇ ਨੇ, ਸੁਣਿਆ ਪੜ ਪੜ ਪਾਵੇਂ ਮਾਨ। ਜੇ ਤੁਸੀਂ ਨਾਮ ਜਪੋਗੇ, ਇਸ ਨੂੰ ਪੜੋਗੇ, ਧਿਆਨ ਨਾਲ ਪੜੋਗੇ, ਸਮਝ ਕੇ ਪੜੋਗੇ, ਤੁਹਾਨੂੰ ਬੜਾ ਮਾਣ ਮਿਲੇਗਾ। ਬੜੇ ਐਗਜ਼ਾਮਪਲ ਨੇ, ਬਾਬਾ ਦੀਪ ਸਿੰਘ ਜੀ ਵਰਗੇ, ਭਾਈ ਸ਼ਾਲੋ ਵਰਗੇ, ਭਾਈ ਬਹਿਲੋ ਵਰਗੇ, ਕਟਾਰੂ ਵਰਗੇ, ਕਿਹਦਾ ਇਤਿਹਾਸ ਲਈਏ। ਤੋ ਮਾਰੇ ਕਹਿੰਦੇ ਨੇ ਜੇ ਤੁਸੀਂ ਨਾਮ ਜਪੋਗੇ, ਸੁਣੋਗੇ ਨਾ, ਤੁਹਾਨੂੰ ਇਹ ਮਾਣ ਆਪੇ ਹੀ ਮਿਲੇਗਾ। ਕਿਉਂਕਿ ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਉਹ ਫਿਰ ਛਪਿਆ ਨਹੀਂ। ਤੁਸੀਂ ਨਾ ਵੀ ਚਾਹੋ ਨਾ ਮੇਰੀ ਵਡਿਆਈ ਹੋਵੇ, ਤੁਹਾਡੀ ਵਡਿਆਈ ਛਪੇਗੀ ਨਹੀਂ, ਪਰਮਾਤਮਾ ਆਪੇ ਕਰਾ ਦੇਗਾ। ਤੋ ਅੱਗੇ ਮਹਾਰਾਜ ਕਹਿ ਰਹੇ, ਸੁਣਿਆ ਲਾਗੈ ਸਹਿਜ ਧਿਆਨ। ਸਹਿਜ ਆ ਜਾਏਗਾ ਧਿਆਨ। ਧਿਆਨ ਹੀ ਤੇ ਭਟਕਦਾ ਹੈ, ਧਿਆਨ ਹੀ ਤੇ ਟਿਕਦਾ ਨਹੀਂ। ਮਾਰੇ ਕਹਿੰਦੇ ਨੇ ਸਹਿਜ ਆ ਜਾਏਗਾ। ਹੁਣ ਮੈਂ ਇਹਨੂੰ ਵਿਸਤਾਰ ਨਾਲ ਨਹੀਂ ਕਹਿ ਸਕਦਾ, ਸਹਿਜ ਨੂੰ ਬੜਾ ਲੰਬਾ ਵਿਸ਼ਾ ਹੈ, ਘੰਟੇ ਘੰਟੇ ਬੱਧੀ ਸਹਿਜ ਤੇ ਤੁਸੀਂ ਬੋਲ ਸਕਦੇ ਹੋ। ਜੇ ਅਖਰੀ ਅਰਥ ਕਰੀਏ, ਸਹਿ ਮੀਨਸ ਹੁੰਦਾ ਹੈ ਸਾਥ, ਤੇ ਜੱਜਾ ਹੁੰਦਾ ਜਨਮਿਆ ਹੋਇਆ। ਜਿਹੜਾ ਸਰੂਪ ਆਤਮਾ ਦੇ ਨਾਲ ਜਨਮਿਆ ਹੈ, ਭਾਵ ਕਿ ਜਿਹਨੇ ਸ਼ੁੱਧ ਆਤਮਾ ਨਾਲ, ਜਿਹੜਾ ਅਸਲੀ ਉਹਦਾ ਧਰਮ ਹੈ, ਮੈਂ ਐਵੇਂ ਕਹਾਂ, ਉਹ ਮਾਇਆ ਤੋਂ ਨਿਰਲੇਪ ਹੋ ਜਾਏਗਾ। ਜਿਹਨੂੰ ਮਹਾਰਾਜ ਨੇ ਤੁਰੀ ਅਵਸਥਾ ਕਹੀ ਹੈ। ਚੌਥੇ ਪਦ, ਨਾਨਕ ਚੌਥੇ ਪਦ ਮੇਂ ਸੋ ਜਨ ਗਤ ਪਾਏ। ਸਹਿਜ ਆ ਜਾਏਗਾ, ਭੱਜਾ ਦੌੜੀ ਖਤਮ ਹੋ ਜਾਏਗੀ, ਚੰਚਲਤਾਈ ਖਤਮ ਹੋ ਜਾਏਗੀ, ਆਤਮਕ ਅਡੋਲਤਾ ਆ ਜਾਏਗੀ। ਇਹ ਬੜਾ ਕੀਮਤੀ ਵਰਡ ਹੈ, ਗੁਰਬਾਣੀ ਵਿੱਚ ਆਉਂਦਾ ਹੈ, ਇਹ ਸਹਿਜ ਆ ਜਾਏਗਾ। ਦੇਖੋ ਉਦਾਹਰਣ ਮੈਂ ਦੇ ਕੇ ਫਿਰ ਸਮਾਪਤੀ ਕਰਾਂ, ਮੈਂ ਹੋਰ ਸੌਖਾ ਲੈ ਲਾਂ ਸਹਿਜ ਨੂੰ ਸਮਝਣ ਵਾਸਤੇ। ਜਦੋਂ ਕੋਈ ਕਾਰ ਸਿੱਖਦਾ ਹੈ, ਸਟਾਰਟਿੰਗ ਤੇ ਕੀ ਹੁੰਦਾ ਹੈ, ਉਹਨੇ ਸਟੀਅਰਿੰਗ ਬੜਾ ਟਾਈਟ ਫੜਿਆ ਹੁੰਦਾ ਹੈ, ਉਹਦਾ ਧਿਆਨ ਗੇਅਰ ਵੱਲ ਵੀ ਹੁੰਦਾ ਹੈ, ਉਹਦਾ ਧਿਆਨ ਬ੍ਰੇਕ ਵੱਲ ਵੀ ਹੁੰਦਾ ਹੈ, ਐਕਸੀਲੇਟਰ ਵੱਲ ਵੀ ਹੁੰਦਾ ਹੈ, ਤੇ ਸਾਹਮਣੇ ਵੀ ਦੇਖਣਾ ਹੁੰਦਾ ਹੈ। ਤੇ ਜਦ ਕੋਈ ਪਿੱਛੇ ਕਹਿੰਦਾ ਮੇਰੇ ਨਾਲ ਗੱਲ ਕਰ, ਕਹਿੰਦਾ ਚੁੱਪ ਕਰ, ਗੱਲ ਨਾ ਕਰ, ਮੇਰਾ ਧਿਆਨ ਉੱਧਰ ਹੈ। ਕਿਉਂਕਿ ਉਸ ਵੇਲੇ ਬਿਲਕੁਲ ਟੈਨਸ਼ਨ ਵਿੱਚ, ਬਿਲਕੁਲ ਬੈਠਾ ਹੁੰਦਾ ਹੈ। ਤੇ ਜਦ ਉਹੀ ਬੰਦਾ 10-15 ਦਿਨ ਡਰਾਈਵਿੰਗ ਸਿੱਖ ਲੈਂਦਾ ਹੈ, ਕੀ ਹੁੰਦਾ ਫਿਰ? ਨਾਰਮਲ ਹੋ ਜਾਂਦਾ ਹੈ। ਹੁਣ ਗੱਡੀ ਚਲਾ ਰਿਹਾ ਹੈ, ਬੱਚੇ ਨਾਲ ਗੱਲ ਵੀ ਕਰ ਰਿਹਾ ਹੈ, ਫੋਨ ਤੇ ਵੀ ਗੱਲ ਕਰ ਰਿਹਾ ਹੈ, ਉਹ ਕੁਝ ਖਾਣ ਵਾਸਤੇ ਦੇ ਰਹੇ ਨੇ, ਉਹ ਵੀ ਖਾ ਰਿਹਾ ਹੈ। ਹੁਣ ਸਹਿਜ ਆ ਗਿਆ, ਉਹਨੂੰ ਪਤਾ ਲੱਗ ਗਿਆ। ਉਹ ਹੁਣ ਉਹਦੀ ਐਕਟੀਵਿਟੀ, ਉਹ ਕਿਉਂਕਿ ਜਿਹੜੀ ਐਕਸੀਲੇਟਰ, ਬ੍ਰੇਕ, ਗੇਅਰ, ਉਹ ਸਭ ਚੀਜ਼ਾਂ ਉਹਦੇ ਜ਼ਹਿਨ ਵਿੱਚ ਪੈ ਗਈਆਂ ਨੇ। ਪਹਿਲਾਂ ਨਹੀਂ ਪੈ ਰਹੀਆਂ ਸੀ। ਪਹਿਲਾਂ ਧਿਆਨ ਸੀ ਇਹ ਕਿਵੇਂ ਹੋਏਗਾ, ਇਹ ਕਿਵੇਂ ਹੋਏਗਾ, ਐਕਸੀਡੈਂਟ ਦੇ ਚਾਂਸ ਨੇ। ਹੁਣ ਸਹਿਜ ਹੋ ਗਿਆ। ਮਹਾਰਾਜ ਕਹਿੰਦੇ ਨੇ ਇਹ ਅਡੋਲ ਅਵਸਥਾ ਤੇਰੀ ਬਣੇਗੀ ਜਦ ਤੂੰ ਇਸ ਗੁਰਬਾਣੀ ਨੂੰ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਪਾਏਗਾ। ਅੰਦਰ ਸਹਿਜ ਆਉਣਾ ਸ਼ੁਰੂ ਹੋ ਜਾਏਗਾ। ਉੱਥੇ ਫਿਰ ਤੈਨੂੰ ਦੁਨਿਆਵੀ ਭੁੱਖਾਂ ਖਤਮ ਹੋ ਜਾਣਗੀਆਂ। ਗੁਰੂ ਅਮਰਦਾਸ ਪਾਤਸ਼ਾਹ ਦਾ ਬੜਾ ਕੀਮਤੀ ਬੋਲ ਹੈ, ਵਾਰਾਂ ਤੋਂ ਵਧੇਕ ਵਿੱਚ ਕਹਿੰਦੇ ਨੇ, ਸ਼ਲੋਕ ਮਹਿਲਾ ਤੀਜਾ, ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ 10ਵੇਂ ਆਕਾਸ਼। ਉੱਥੇ ਉਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ। ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਉੱਥੇ ਫਿਰ ਦੁੱਖ ਤੇ ਸੁਖ ਉਹਨੂੰ ਚਿਮੜਦਾ ਹੀ ਨਹੀਂ ਹੈ, ਅਡੋਲ ਹੋ ਜਾਂਦਾ ਹੈ। ਭਾਈ ਮਤੀ ਦਾਸ ਇੱਥੇ ਚਾਨਣੀ ਚੋਂ ਅਡੋਲ, ਕਿਉਂਕਿ ਅੰਦਰ ਖੇੜਾ ਹੋ ਗਿਆ, ਸਹਿਜ ਆ ਗਿਆ।
तो महाराज इत्थे एक ख्याल दे रहे ने कि सुनिया लागै सहज ध्यान। अज ध्यान करके ते किन्ने किन्ने पहाड़ां ते जाके जंगलों में जाके धूनियां तू खा के सिर दे विच सुआह पा के हैं शिले कट के भुखे रह के ये की कर रहे ने? ध्यान ही ते ला रहे ने। ਉਹ ਮਾਰੇ ਕਹਿੰਦੇ ਤੈਨੂੰ ਕਿੱਥੇ ਜਾਣ ਦੀ ਲੋੜ ਨਹੀਂ, ਕਾਇਰੇ ਬਨ ਖੋਜਣ ਜਾਈ। ਤੈਨੂੰ ਕੋਈ ਐ ਸਰੀਰਿਕ ਕਿਰਿਆ ਨੂੰ ਹੱਠ ਕਰਨ ਦੀ ਕੋਈ ਲੋੜ ਨਹੀਂ ਹੈ ਤੈਨੂੰ। ਤੂੰ ਇੰਨਾ ਕੁਛ ਨਾ ਕਰ, ਤੂੰ ਸਿਰਫ ਬੈਠ ਕੇ ਸੰਗਤ ਵਿੱਚ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਇਹ ਸਾਰੇ ਜਪ ਤਪ ਤੂੰ ਕਰ ਰਹੇ ਹੈ, ਧਿਆਨ ਇੱਥੇ ਹੀ ਹੈ ਤੇਰਾ, ਤੂੰ ਧਿਆਨ ਇੱਥੇ ਲਾ ਲੈ ਤੇ ਕੀ ਹੋਏਗਾ? ਸਹਿਜ ਆ ਜਾਏਗਾ। ਤੈਨੂੰ ਘਰ-ਬਾਰ ਵੀ ਛੱਡਣ ਦੀ ਲੋੜ ਨਹੀਂ ਹੈ, ਤੈਨੂੰ ਕੁਛ ਕਰਨ ਦੀ ਐਨੀ ਇਹ ਨਹੀਂ ਹੈ ਕਿ ਮੈਂ ਇਹ ਕਰਨਾ ਪਏਗਾ। ਸਿਰਫ ਤੂੰ ਕਰਨਾ ਕੀ ਹੈ? ਤੂੰ ਸੰਗਤ ਵਿੱਚ ਬੈਠ ਕੇ ਜਪਣਾ ਹੈ ਸਤਨਾਮ ਸ੍ਰੀ ਵਾਹਿਗੁਰੂ। ਤਾਂ ਹੀ ਗੁਰੂ ਅਰਜਨ ਦੇਵ ਮਹਾਰਾਜ ਨੇ ਪੁੱਛਿਆ ਸੀ ਪਰਮਾਤਮਾ ਨੇ ਕੀ ਚਾਹੀਦਾ ਹੈ? ਮਹਾਰਾਜ ਨੇ ਕਿਹਾ ਸੀ ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ। ਸਾਰੇ ਸੁਖ ਸਤ ਸੰਗਤ ਵਿੱਚ ਨੇ। हलत सुख पलत सुख नित सुख सिमरनो नाम गोबिंद का, सदा लीजे मिटे कमाने पाप चिराने, साध संगत मिल मूआ जीचे। कमाए हुए पाप चिरां दे सत संगत विच आके सब खत्म हो जाणगे। सुनिया लागै सहज ध्यान। सानू ध्यान लाने दा कितनी अच्छी बिरती दिती है। ध्यान तरो तै को मन में जय को मितो सवे जग छायो। ਹੁਣੇ ਪੜ੍ਹਿਆ ਸਵਈਏ ਵਿੱਚ, ਦੂਜੇ ਸਵਈਏ ਵਿੱਚ, ਤੋਂ ਮੈਂ ਜ਼ਿਆਦਾ ਡਿਟੇਲ ਵਿੱਚ ਨਾ ਜਾਵਾਂ। ਮਹਾਰਾਜ ਕਹਿ ਰਹੇ ਨੇ ਨਾਨਕ ਸਟਾਪ ਦੇ ਕੇ ਰੁਕ ਕੇ ਠਹਿਰ ਕੇ, ਨਾਨਕ ਭਗਤਾਂ, ਇੱਥੇ ਬਿੰਦੀ ਲਾਣੀ ਹੈ। ਜੇ ਇੱਕ ਹੁੰਦਾ ਤੇ ਭਗਤ ਹੁੰਦਾ। ਇੱਥੇ ਮਹਾਰਾਜ ਸਾਰਿਆਂ ਨੂੰ ਸੰਬੋਧਿਤ ਕਰ ਰਹੇ ਨੇ। ਨਾਨਕ ਭਗਤਾਂ ਸਦਾ ਵਿਗਾਸ। ਉਹਨਾਂ ਭਗਤਾਂ ਦੇ ਕੋਲ ਜਿਹੜਾ ਇਸ ਬਿਰਤੀ ਨਾਲ ਸੁਣਦੇ ਨੇ, ਜਿਨ੍ਹਾਂ ਦੇ ਅੰਦਰ ਸਹਿਜ ਆ ਜਾਂਦਾ ਹੈ, ਜਿਨ੍ਹਾਂ ਨੂੰ ਮਾਨ ਮਿਲਦਾ ਹੈ, ਜਿਨ੍ਹਾਂ ਨੂੰ 68 ਤੀਰਾਂ ਦਾ ਇਸ਼ਨਾਨ ਦਾ ਫਲ ਮਿਲਦਾ ਹੈ, ਜਿਨ੍ਹਾਂ ਦੇ ਅੰਦਰ ਸਤ ਸੰਤੋਖ ਗਿਆਨ ਗੁਰੂ ਦੇ ਸ਼ਬਦ ਦੀ ਵਿਚਾਰ ਪੱਲੇ ਪੈ ਜਾਂਦੀ ਹੈ, ਤਾਂ ਮਹਾਰਾਜ ਕਹਿੰਦੇ ਨੇ ਉਹਨਾਂ ਦਾ ਫਿਰ ਕੀ ਹੁੰਦਾ ਹੈ? ਉਹ ਭਗਤ ਬਣ ਜਾਂਦੇ ਨੇ। ਭਗਤ ਬਣਨ ਤੋਂ ਬਾਅਦ ਫਿਰ ਸਦਾ ਵਿਗਾਸ। ਫਿਰ ਉਹ ਰੋਂਦੇ ਪਿੱਟਦੇ ਨਹੀਂ ਹੈ। ਫਿਰ ਉਹ ਕਦੀ ਦੁੱਖ ਆ ਜਾਏ, ਸੋ ਨਾਨਕ ਦੁੱਖ ਸੁਖ ਵਿਆਪਤ ਨਹੀਂ। जो नर दुख में दुख नहीं माने, सुख सने और पह नहीं जाके, कंचन माटी मारने न निंदिया न उस्तर जाके, लोभ मोह अभिमाना हर सोखते रहे निहारो, नाए मान पमाना आसा मनसा सगल त्यागे, जागते रहे निराशा काम क्रोध जे परसे नाहिन, ते घट ब्रह्म निवासा गुर कृपा जे नरको कीनी, ते ए जुगत पछानी, नानक लीन भयो गोविंद स्यो ज्यों पानी संग पानी। ਮਹਾਰਾਜ ਕਹਿੰਦੇ ਨੇ ਇਹ 8 ਅਵਸਥਾਵਾਂ ਉਸ ਭਗਤ ਦੀਆਂ ਬ੍ਰਹਮ ਗਿਆਨੀਆਂ ਦੀ ਬਣ ਜਾਏਗੀ। ਉਹਦੇ ਅੰਦਰ ਸਦਾ ਹੀ ਖੇੜਾ ਰਹੇਗਾ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਫਿਰ ਸੁਣਨ ਨਾਲ ਸਮਝ ਕੇ, ਮੈਂ ਪਹਿਲਾਂ ਕਹਿੰਦਾ ਸੁਣਨਾ ਇੱਕ ਪਿਓ ਦੀ ਗੱਲ ਸੁਣ ਲਈ ਨਹੀਂ, ਉਹਨੂੰ ਸਮਝਣਾ ਕਿ ਪਿਓ ਕਹਿ ਰਿਹਾ। ਤੇ ਫਿਰ ਮਹਾਰਾਜ ਕਹਿੰਦੇ ਦੁੱਖ ਪਾਪ ਕਾ ਨਾਸ। ਉਹਦੇ ਸਾਰੇ ਦੁੱਖ ਪਾਪ ਕਹਿਣ ਦੀ ਲੋੜ ਨਹੀਂ ਪੈਣੀ, ਆਪੇ ਨਾਸ਼ ਹੋ ਜਾਣੇ ਨੇ। ਤਾਂ ਮਹਾਰਾਜ ਨੇ ਅੱਜ ਇਸ 10ਵੀਂ ਪੌੜੀ ਦੇ ਵਿੱਚ ਸਾਨੂੰ ਇਹ ਸਮਝਾਉਣਾ ਕੀਤਾ ਹੈ, ਭਾਈ ਨਾਮ ਦੀ ਸੁਣਨ ਦੀ ਕਿਤਨੀ ਮਹਿਮਾ ਹੈ। ਇਸ ਕਰਕੇ ਮੈਲ ਖੋਈ ਕੋਟ ਅਗ ਹਰੇ, ਸੁਣੋ ਮੇਰੇ ਮੀਤਾ। ਮੈਲ ਸਾਰੀ ਉਤਰ ਜਾਏਗੀ ਜਦੋਂ ਤੁਸੀਂ ਗੁਰੂ ਦੇ ਨਾਮ ਨੂੰ ਸੁਣੋਗੇ। ਕੋਟ ਅਗ ਹਰੇ, ਕਰੋੜਾਂ ਪਾਪ ਖਤਮ ਹੋ ਜਾਣਗੇ। ਤਾਂ ਸਾਰਿਆਂ ਦੇ ਉੱਤੇ ਮਹਾਰਾਜ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਪ੍ਰਵਾਨ ਹੋਵੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੱਜ ਬਖਸ਼ਿਸ਼ ਹੋਈ ਹੈ, ਜੋ ਧੰਨ ਧੰਨ ਬਾਬਾ ਬੁੱਢਾ ਜੀ ਦਾ ਇਹ ਪਾਵਨ ਦਿਹਾੜਾ ਅਸੀਂ ਮਨਾਉਣ ਦਾ ਯਤਨ ਕੀਤਾ ਹੈ। ਭੁੱਲਾਂ ਅਨੇਕਾਂ ਹੋਈਆਂ ਨੇ, ਉਹ ਦਾਸ ਦੀਆਂ ਨੇ। ਬਚਨ ਗੁਰੂ ਦਾ ਜਾਣ ਕੇ ਹਿਰਦੇ ਵਿੱਚ ਵਸਾਓ ਤੇ ਅਸੀਸ ਬਖਸ਼ਣਾ, ਕਥਾ ਕਰਨ ਦੀ ਜਾਚ ਆ ਜਾਏ। ਸ਼ਾਮ ਨੂੰ ਫਿਰ ਗੁਰਭਜਨ ਸੇਵਾ ਟਰਸਟ ਤੇ ਬਾਬਾ ਬੁੱਢਾ ਜੀ ਦੇ ਜੀਵਨ ਬਾਰੇ ਅਸੀਂ ਵਿਸਤਾਰ ਸਹੀ ਜਾਣ ਦਾ ਅਸੀਂ ਉਪਰਾਲਾ ਕਰਾਂਗੇ। ਆਪ ਅਸੀਸ ਬਖਸ਼ਣਾ, ਗੁਰੂ ਸਾਹਿਬ ਸਵਾਸ ਬਖਸ਼ਣ,
ਫਿਰ ਦਰਸ਼ਨ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।